अस्सलाम वालेकुम एंड वेलकम टू माय चैनल हेल्थ विद गिलानी टीवी। नाज़रीन, मैं हूं हकीम सैयद इम्तियाज़ हुसैन गिलानी और मेरे साथ हैं हकीम गुलाम मुर्तज़ा अलवी। आज हम डिस्कस करेंगे कि ये इंसान जो कमज़ोर हो जाते हैं, ग़िज़ा भी खाते हैं लेकिन उसके साथ भी कमज़ोरी महसूस करते हैं, उसकी क्या वजह है और कौन सी ऐसी मुज़र सेहत ग़िज़ाएँ हैं जिनका इस्तेमाल हम करके अपनी सेहत को ख़राब कर रहे हैं और कौन सी ऐसी ग़िज़ाएँ हैं जिन्हें हम इस्तेमाल करना चाहिए। ये सब हम हकीम साहब से डिस्कस करेंगे। तो हकीम साहब, कौन सी ऐसी बातें हैं जिनकी वजह से कमज़ोरी दिन ब दिन बढ़ती है? बिस्मिल्लाहिर्रहमानिर्रहीम। हाँ इम्तियाज़ साहब, अल्लाह ताला ने एक कानून बनाया है। हाँ जी। वो कानून इस तरह है कि आम ही इंसान हाँ जी 40 साल तो बाद जी कुदरती अमल है कि 40 साल तो बाद बंदा बुढ़ापे की शक्ल च जाता है, जी, बूढ़ा होना शुरू हो जाता यानी कि कुदरती। कुदरती। जी जी। ठीक है कि ਉਹਦੀ ਤਬਦੀਲੀ ਦੇ ਚਾਂਸ ਹੋ ਜਾਂਦੇ ਨੇ। हाँ जी। ਪਹਿਲੇ ਉਹਦੀ ਤਰੀਕਾਕਾਰ ਉਹਦੇ ਜਿਸਮ ਦੀ सही ਕੰਡੀਸ਼ਨ ਜਿਹੜੀ ਹੈ ਉਹ ਜਿਹੜੀ ਉਹਦੀ ਤਬਦੀਲ ਹੋਣਾ ਸ਼ੁਰੂ ਹੋ ਜਾਂਦੀ ਹੈ। सही ਇਹ ਪਹਿਲੇ ਚੱਲਦਾ ਸੀ ਤਿਬ ਜੋ ਦੱਸ ਰਹੀ सही। ਜੋ ਅੱਲਾ ਦੇ ਕਾਨੂੰਨ ਦੇ ਮੁਤਾਬਕ। जी जी ਲੇਕਿਨ ਅਸੀਂ ਸ਼ਾਜੀ ਅਸੀਂ ਸੋਚ ਚ ਪੈ ਗਏ ਆ ਤੇ ਅਸੀਂ ਮਸਲੇ ਮਸਾਇਲ ਚ ਪੈ ਗਏ ਕਿ ਹੁਣ ਬੱਚਾ ਅਗਰ 20 ਸਾਲ ਦਾ ਨਾ ਹਾਂਜੀ। ਉਹ 20 ਸਾਲਾਂ ਬਾਅਦ ਆਪਣੇ ਨੂੰ ਵੀਕ ਸਮਝਦਾ ਹੁੰਦਾ ਹੈ ਕਿ ਇਨਸਾਨ ਆਂਦਾ ਜਾਂਦਾ ਕਿ ਇਨਸਾਨ ਇੱਥੇ ਦਰਦ ਹੁੰਦੀ ਹੈ, ਕਿ ਇਨਸਾਨ ਮੇਰੇ ਕਮਰ ਚ ਦਰਦ ਹੈ, ਕਿ ਇਨਸਾਨ ਮੇਰੇ ਗੋਡਿਆਂ ਚ दर्द है। देखो उन जवान हुए नु। हाँ जी, इसीलिए हमारा हाँ जी। वीडियो का टॉपिक भी ये है कि ये जो 20 साल में कमजोरी महसूस करना हाँ है, जी। जो कि हकीकत में होनी नहीं चाहिए। होनी नहीं चाहिए। ਉਹਦੀ ਵਜ੍ਹਾ ਹੈ ਕਿ ਅਸੀਂ ਜ਼ਰੂਰਤ ਤੋਂ ਪਹਿਲੇ हाँ जी ਕਿ ਕਿਸੇ ਇਨਸਾਨ ਨੂੰ ਕੋਈ ਜ਼ਰੂਰਤ ਹੈ, हाँ जी ਇਹ ਜਿਹੜਾ ਅਸੀਂ ਨੈਟ ਯੂਜ਼ ਕਰ ਰਹੇ हाँ ਹਾਂ, जी ਇਹ ਬੱਚਾ ਜਵਾਨ ਹੋਣ ਤੋਂ ਪਹਿਲੇ हाँ ਇਹ ਜਦੋਂ ਨੈਟ ਵੇਂਦਾ ਨਾ हाँ जी तो ਉਹ ਆਪਣੇ ਜਵਾਨ ਹੋਣ ਤੋਂ ਪਹਿਲੇ ਜਵਾਨ ਹੋ ਜਾਂਦਾ ਹੈ। ਔਰ ਪਹਿਲੇ ਤੇ ਸਾਨੂੰ ਇਹ ਚਾਹੀਦਾ ਕਿ ਆਪਣੇ ਬੱਚਿਆਂ ਦੇ ਬਾਰੇ हाँ जी ਵੇਖੋ ਸ਼ਰਈ ਮਸਲਾ ਹੈ ਕਿ ਆਪਣੀ ਔਲਾਦ ਨੂੰ ਖੁਦ ਤਜਰਬਾ ਆਪਣਾ ਦੱਸੋ। ਸ਼ਰਮ ਵਿੱਚ ਸ਼ਰਮ ਆਂਦੇ ਨੇ, ਆਮ ਗੱਲ ਹੈ ਕਿ ਸ਼ਰਮ ਨਹੀਂ ਹੁੰਦੀ। ਅਸੀਂ ਉਹਨੂੰ ਹੀ ਲੈ ਕੇ ਬੈਠੇ ਹਾਂ ਕਿ ਜਨਾਬ ਅਸੀਂ ਬੱਚਿਆਂ ਨੂੰ ਕੋਈ ਗੱਲਬਾਤ ਨਹੀਂ ਦੱਸ ਰਹੇ, ਇਹ ਮਾਵਾਂ ਜਿਹੜੀਆਂ ਨੇ ਆਪਣੀਆਂ ਬੱਚਿਆਂ ਨੂੰ ਨਹੀਂ ਦੱਸਦੀਆਂ। ਉਹਦੀ ਵਜ੍ਹਾ ਇਹ ਆਂਦੀ ਕਿ ਅਸੀਂ ਜੋ ਕੈਮੀਕਲ ਗੁਜ਼ਾਏ ਖਾ ਰਹੇ ਹਾਂ ਬਾਹਰੋਂ, हाँ जी ਬਾਜ਼ਾਰੋਂ ਨਾਸ਼ਤਾ ਕਰ ਰਹੇ ਹਾਂ, ਬਾਜ਼ਾਰੋਂ ਸਭ ਕੁਝ ਚੀਜ਼ਾਂ ਇਸਤੇਮਾਲ ਕਰ ਰਹੇ ਹਾਂ, ਉਹ ਸਾਡੇ ਵਾਸਤੇ ਜਿਹੜਾ ਸਬਬ ਪਿਆ ਬਣਦਾ ਨਾ ਉਹ ਕਮਜ਼ੋਰੀ ਦਾ। पहले तो नेट पे बुरी चीजें देखना हाँ और जी। अवेयरनेस ना होने की जी वजह जी। से, और बाद में ये ग़िज़ाएं इस्तेमाल हाँ करना, प्रोसेस फूड जो मार्केट से मिलते हाँ हैं जी। वो इस्तेमाल करना, ये इसकी वजह इसकी वजह है। है। इसके अलावा भी कैसे इनसे बचा जाए? हाँ जी, वजह है कि बंदे ਨੂੰ ਸੋਚਣਾ ਚਾਹੀਦਾ ਕਿ ਖੁਰਾਕ ਖਾ ਰਿਹਾ। ਵੇਖੋ ਪਹਿਲੇ ਖੁਰਾਕ ਜਿਹੜੀ ਸੀ, हाँ ਪਹਿਲੇ ਖੁਰਾਕ ਸੀ ਮਾਂ ਲੱਸੀ ਅਸੀਂ ਸਵੇਰ ਪੀਨੇ ਸਾਂ। ਆਮ ਇਬਤਦਾ ਸੀ ਅੱਲਾਹ ਤੇ ਅੱਲਾਹ ਦੇ ਰਸੂਲ ਤੋਂ ਨਮਾਜ਼ ਪੜਨ ਤੋਂ ਬਾਅਦ ਅਗਰ ਅਸੀਂ ਕੀ ਕਰਨੇ ਆ ਕਿ ਅਸੀਂ ਨਾਸ਼ਤਾ ਕਰਨੇ ਆ, ਮਖਾਣਾ ਖਾਣੇ ਆ ਸਵੇਰ। जी जी ਅੱਗੇ ਪਹਿਲੇ ਕੀ ਸੀ ਕਿ ਬਰਫ਼ ਨਹੀਂ ਸੀ। जी ਅਸੀਂ ਅਗਰ ਲੱਸੀ ਪੀਨੇ ਸਾਂ ਜਾਂ ਪਾਣੀ ਪੀਨੇ ਸਾਂ ਉਹਦੇ ਵਿੱਚ ਬਰਫ਼ ਨਹੀਂ ਸੀ ਹੁੰਦੀ, जी जी ਤਾਜ਼ਾ ਪਾਣੀ ਹੁੰਦਾ ਸੀ। यानी कि वो चाटी की लस्सी, ਚਾਟੀ हाँ जी नमक डाल के हाँ जी ਚਾਟੀ ਦੀ ਲੱਸੀ ਹੁੰਦੀ ਸੀ, ਉਹ ਅਸੀਂ ਇਸਤੇਮਾਲ ਕਰਨੇ ਸਾਂ। ਅਗਰ ਚਾਰ ਵੀ ਨਾਲ ਇਸਤੇਮਾਲ ਕਰਨੇ ਸਾਂ, ਸਹੀ। ਨਹੀਂ ਸੀ ਕੋਈ ਤਾਜ਼ੀ ਖਾਣਾ ਬਣਿਆ ਹੁੰਦਾ ਤੇ ਚਾਰ ਖਾ ਲੈਨੇ ਸਾਂ। ਸਹੀ। ਉਹ ਚਾਰ ਵੀ ਫਾਇਦਾ ਦਿੰਦਾ ਸੀ। ਹੁਣ ਉਹ ਚਾਰ ਵੀ ਨੁਕਸਾਨ ਦਿੰਦਾ। ਕਿਉਂ? ਪਾਣੀ ਜਦੋਂ ਪੀਨੇ ਉਹ ਠੰਡਾ ਹੁੰਦਾ ਹੈ, हाँ जी ਪਾਣੀ ਪੀਨੇ ਠੰਡਾ ਹੁੰਦਾ। ਗੁਜ਼ਾ ਪਹਿਲੇ ਹਾਂ ਇੱਕ ਤਰੀਕਾ ਕਰ ਬਹੁਤ ਗਲਤ ਹੈ, हाँ ਉਹ ਮੈਂ ਇਨਸ਼ਾਅੱਲਾ ਸਾਹਿਬ ਨੂੰ ਦੱਸਣਾ ਚਾਹਨਾ जी जी ਕਿ ਉਹਦੀ ਵਜ਼ਾਹਤ ਇਹ ਵੇ ਕਿ ਅਸੀਂ ਖਾਣਾ ਬਹੁਤ ਗਰਮ ਖਾਂਦੇ ਹਾਂ, जी ਪਾਣੀ ਅਸੀਂ ਬਹੁਤ ਠੰਡਾ ਪੀਨੇ ਹਾਂ। हाँ जी ਪਹਿਲੀ ਤੇ ਗੱਲ ਇਹ ਵੇ ਕਿ ਜਦੋਂ ਅਸੀਂ ਖਾਣਾ ਬੜਾ ਗਰਮ ਖਾਣੇ ਨਾ ਤੇ ਪਾਣੀ ਨਾਰਮਲ ਪੀਣਾ ਚਾਹੀਦਾ, ਨਾ ਠੰਡਾ ਨਹੀਂ ਪੀਣਾ ਚਾਹੀਦਾ। ठीक है, यानी कि पहले- पहले खाने नाल हाँ जी। नॉर्मल पानी इस्तेमाल हाँ। करना चाहिए। और दूसरी ये वे कि देखो जेड़ा 20 साल तक बंदा बुढ़ापे कमजोर हो रहा है, बुढ़ापा की कमजोर हो रहा है, हाँ जी। वो आंदा है कि मैं हकीम साहब ਜਾਂ ਆਮ ਆ ਕੇ ਕਹਿੰਦਾ ਕਿ ਡਾਕਟਰ ਹਜ਼ਰਾਤ ਨੂੰ ਵੀ ਕਹਿੰਦਾ, ਡਾਕਟਰ ਹਜ਼ਰਾਤ ਇਸ ਚੀਜ਼ ਤੇ ਤੋਂ ਕੈਲਸ਼ੀਅਮ ਦੀ ਕਮੀ ਕਹਿ ਦਿੰਦੇ, ਫਲਾਨੀ ਗੱਲ ਕਹਿ ਦਿੰਦੇ, ਕੈਲਸ਼ੀਅਮ ਦੀ ਕਮੀ ਹਰ ਬੰਦੇ ਨੂੰ ਕਹਿ ਦਿੰਦੇ ਨੇ, ਫਲਾਣਾ ਮਸਲਾ ਤੇ ਹੋ ਗਿਆ, ਨਵੀਂ ਤੋਂ ਨਵੀਂ ਬਿਮਾਰੀ ਹੈ। ਲੇਕਿਨ ਕੀ ਵਜ੍ਹਾ ਹੈ ਕਿ ਕੋਈ ਤੁਹਾਡੇ ਕੋਲ ਮਰੀਜ਼ ਆਂਦਾ ਉਹਨੂੰ ਪਰੇਸ਼ਾਨ ਨਾ ਕਰੋ, जी ਉਹ ਤੁਹਾਡੇ ਕੋਲ ਪਰੇਸ਼ਾਨੀ ਲੈ ਕੇ ਆਂਦਾ। यानी कि उसकी ग़िज़ा ही ठीक की जाए, ਉਹਦੀ ਗੁਜ਼ਾ ਠੀਕ ਕੀਤੀ ਜਾਏ। ਹਾਂ, ਗੁਜ਼ਾ ਦੇ ਨਾਲ ਸ਼ਾਹ ਸਾਹਿਬ ਗੁਜ਼ਾ ਨਾਲ हाँ जी ਦਵਾਈ ਹੋਣਾ ਵੀ ਲਾਜ਼ਮੀ ਹੈ। ठीक ਇਹ है ਗੁਜ਼ਾ ਜਿਹੜੀ ਗੁਜ਼ਾ ਕਿਉਂ, ਗੁਜ਼ਾ ਦਾ ਮਕਸਦ ਕੀ ਹੈ? ਪਹਿਲੇ ਜ਼ਰਾ ਤੁਹਾਨੂੰ ਡਿਟੇਲ ਦੇ ਲਈਏ ਕਿ ਗੁਜ਼ਾ ਕੀ। ਗੁਜ਼ਾ ਇਹ ਵੇ ਕਿ ਜੋ ਤੁਸੀਂ ਖਾ ਰਹੇ ਹੋ ਉਹਦੇ ਵਿੱਚ ਹੀ ਸ਼ਫਾ ਹੋਏ, ਉਹ ਵੇ ਗੁਜ਼ਾ। ठीक है, ਮੰਨ ਜਾਓ ਤੁਸੀਂ ਨਾਸ਼ਤਾ ਕਰ ਰਹੇ यानी ਹੋ, कि ਉਹਦੇ ਚ ਬਿਮਾਰੀ ਨਾ ਹੋਵੇ, ਬਿਮਾਰੀ ਨਾ ਹੋਵੇ, ਸ਼ਫਾ ਹੁਣ ਗੱਲ ਬਾਅਦ ਲੋਕ ਕੀ ਮੈਂ ਸਾਰੀਆਂ ਚੀਜ਼ਾਂ ਰੋਕ ਦਿੱਤੀਆਂ ਨੇ, ਉਹ ਯਾਰ ਉਹ ਗੱਲ ਨਹੀਂ ਹੈ ਸ਼ਾਹ ਸਾਹਿਬ, ਉਹ ਗੱਲ ਨਹੀਂ ਹੈ। ठीक है ਉਹ ਰੋਕਣੇ ਦੀ ਗੱਲ ਹੈ। ਅਸੀਂ ਇੱਕ ਚੀਜ਼ ਗਰਮ ਖਾ ਰਹੇ ਹਾਂ, ਮੈਂ ਇੱਕ ਬੰਦੇ ਦਾ ਅਸੀਂ ਇਲਾਜ ਕਰਨੇ ਆ, ਹਾਂਜੀ। ਉਹਨੂੰ ਅਸੀਂ ਸ਼ਹਿਦ ਪਿਆਨੇ ਆ, ਉਹ ਜਾ ਕੇ ਬਰਫ ਵਾਲਾ ਪਾਣੀ ਵੀ ਪੀ ਲੇ, ਉਹ ਜਾ ਕੇ ਬੋਤਲਾਂ ਪੀ ਲੇ ਤੇ ਸ਼ਹਿਦ ਦਾ ਫਾਇਦਾ ਨਹੀਂ ਹੋਏਗਾ। फिर फायदा नहीं होगा। ਫਾਇਦਾ ਲੈਣਾ ਨਾ ਸਾਂ, जी जी ਅਸਾਂ ਫਾਇਦਾ ਲੈਣ ਵਾਸਤੇ ਇੱਕ ਹਕੀਮ ਹਜ਼ਰਾਤ ਇਸ ਵਜ੍ਹਾ ਤੋਂ ਹੀ ਆਮ ਮਰੀਜ਼ ਨੂੰ
ਇਹ ਗੱਲ ਦੱਸਾਂ ਕਿ ਇਹ ਚੀਜ਼ਾਂ ਦਾ ਇਸਤੇਮਾਲ ਕਰੋ। ਉਹਦਾ ਕਰਨ ਦਾ ਮਕਸਦ ਜੋ ਤੁਸੀਂ ਦੁਆ ਖਾਓਗੇ ਉਹਦਾ ਹੀ ਫਾਇਦਾ ਹੋਵੇ, ਜੋ ਤੁਸੀਂ ਗੁਜ਼ਾ ਖਾਓ ਉਹਦਾ ਹੀ ਫਾਇਦਾ ਹੋਵੇ। ਅੱਛਾ, ਨਾਸ਼ਤੇ ਵਿੱਚ ਕੀ ਖਾਣਾ ਚਾਹੀਦਾ ਹੈ, ਦੁਪਹਿਰ ਦੇ ਖਾਣੇ 'ਚ ਕੀ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਰਾਤ ਨੂੰ ਕੀ ਖਾਣਾ ਯਾਨੀ ਕਿ ਚਾਹੀਦਾ ਹੈ? ਹਾਂਜੀ, ਵਜ੍ਹਾ ਇਹ ਕਿ ਫਲ ਦਾ ਵੀ ਇਸਤੇਮਾਲ ਲਾਜ਼ਮੀ ਹੋਣਾ ਚਾਹੀਦਾ ਹੈ। ਅਗਰ ਤੁਸੀਂ ਸਾਰੇ ਲੋਕ ਹੀ ਹੁਣ ਡਾਲਟੇ ਘਿਓ ਖਾ ਰਹੇ ਨੇ, ਕੈਮੀਕਲ ਹੀ ਖਾ ਰਹੇ ਨੇ, ਉਹ ਕੋਸ਼ਿਸ਼ ਇਹ ਕਰੋ ਕਿ ਜਨਾਬ ਉਹਦੇ ਉੱਤੋਂ ਤਰੀ ਲਾ ਕੇ ਖਾਦਾ ਜਾਏ। ਫਿਰ ਜ਼ੀਰਾ ਤੇ ਕਾਲੀ ਮਿਰਚ ਉਹਨੂੰ ਗ੍ਰਾਈਂਡ ਕਰ ਲਓ, ਜ਼ੀਰਾ ਤੇ ਕਾਲੀ ਮਿਰਚ ਉਹਨੂੰ ਗ੍ਰਾਈਂਡ ਕਰਕੇ ਜਦੋਂ ਤੁਸੀਂ ਖਾਣਾ ਹੈ ਉਹਦੇ ਉੱਤੇ ਤੁਸੀਂ ਜਿਹੜਾ ਨਾ ਸਾਲਨ ਦੇ ਉੱਤੇ ਠੀਕ ਹੈ ਉਹ ਤੁਸੀਂ ਪਾ ਖਾ ਸਕਦੇ। ਜ਼ੀਰਾ ਔਰ ਕਾਲੀ ਮਿਰਚ ਨੂੰ ਬਰੀਕ ਕਰ ਲਓ, ਠੀਕ ਹੈ। ਇਹ ਕੀ ਵਜ੍ਹਾ ਕਿ ਜਿਸਮ ਦੇ ਵਿੱਚ ਬਾਦੀ ਖਤਮ ਕਰੇਗਾ, ਜਿਸਮ ਦੇ ਵਿੱਚ ਵੀਕਨੈਸ ਜਿਹੜੀ ਬਣਦੀ ਹੈ, ਜਿਗਰ ਸੁਸਤ ਹੁੰਦਾ ਹੈ ਜਿਹੜਾ, ਠੀਕ ਹੈ। ਮੈਦਾ ਜਿਹੜਾ ਉਹ ਗੁਜ਼ਾ ਨੂੰ ਸਹੀ ਨਹੀਂ, ਗੁਜ਼ਾ ਮੈਦਾ ਕੀ ਇੱਕ ਮਰਕਜ਼ ਹੈ ਜੀ। ਮੈਦੇ 'ਚ ਕੋਈ ਬਿਮਾਰੀ ਨਹੀਂ ਜੀ, ਲੇਕਿਨ ਹਰ ਬਿਮਾਰੀ ਵੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਉਹਦੀ ਵਜ੍ਹਾ ਮੈਦੇ 'ਚ ਹਰ ਚੀਜ਼ ਸਟੋਰ ਹੋਣੀ, ਮੈਦਾ ਸਟੋਰ ਦੀ ਜਗ੍ਹਾ ਤੇ ਕੰਮ ਕਰਦਾ। ਅਗਰ ਤੁਸੀਂ ਗਰਮ ਖਾਂਦੇ ਹੋ ਤੇ ਉਹ ਗਰਮ ਖਾਂਦੇ ਹੋ ਤੇ ਜਿਹੜਾ ਤੁਹਾਡੇ ਜਾ ਕੇ ਜਿਸਮ ਦੇ ਵਿੱਚ ਜਿੱਥੇ ਗਰਮੀ ਪੈਦਾ ਹੁੰਦੀ ਹੈ ਉਹ ਤੇ ਜਾ ਕੇ ਉੱਥੇ ਕੰਮ ਕਰੇਗਾ ਤੇ ਸਾਰੀ ਖੁਰਾਕ ਤੇ ਮੈਦੇ ਜਾਂਦੀ ਹੈ ਜੀ। ਮੈਂ ਸਾਰੇ ਇਹ ਗੱਲ ਦੱਸਣਾ ਚਾਹੁੰਦਾ। ਬਾਅਦ ਲੋਕ ਕਹਿੰਦੇ ਨੇ ਇਹਦਾ ਮੈਦਾ ਖਰਾਬ ਹੈ। ਮੈਦਾ ਕੀ ਸਟੋਰ ਦੀ ਸਫਾਈ ਹੋਣੀ ਚਾਹੀਦੀ ਹੈ। ਖਰਾਬ ਜਦੋਂ ਹੋਏਗਾ ਫਿਰ ਨਾ ਇਹ ਸਰਦ ਨੂੰ ਬਰਦਾਸ਼ਤ ਕਰੇਗਾ, ਨਾ ਇਹ ਗਰਮ ਨੂੰ ਕਰੇਗਾ, ਨਾ ਇਹ ਤਰੀ ਨੂੰ ਕਰੇਗਾ, ਨਾ ਇਹ ਖੁਸ਼ਕੀ ਨੂੰ ਕਰੇਗਾ, ਨਾ ਇਹ ਕਸ਼ਰੀ ਨੂੰ ਬਰਦਾਸ਼ਤ ਕਰੇਗਾ, ਨਾ ਇਹ ਮਖਾਤੀ ਨੂੰ ਬਰਦਾਸ਼ਤ ਕਰੇਗਾ, ਨਾ ਇਹ ਉਜ਼ਲਾਤੀ ਨੂੰ ਬਰਦਾਸ਼ਤ ਕਰੇਗਾ, ਨਾ ਇਹ ਸਾਬੀ ਨੂੰ ਬਰਦਾਸ਼ਤ ਕਰੇਗਾ। ਸਾਬਤ ਹੋ ਗਿਆ ਕਿ ਪਹਿਲੇ ਮੈਦੇ ਦੀ ਸਲਾਹ ਇਸ ਤਰ੍ਹਾਂ ਹੋਣੀ ਚਾਹੀਦੀ, ਜੋ ਖਾਓ ਨਾਰਮਲ ਖਾਓ। ਹਾਂਜੀ, ਯਾਨੀ ਕਿ ਗਰਮ ਚੀਜ਼ ਅਸੀਂ ਖਾਵਾਂਗੇ ਉਹ ਜਿਗਰ ਨੂੰ ਤਾਕਤ, ਜ਼ਿਆਦਾ ਗਰਮ ਖਾਵਾਂਗੇ ਫਿਰ ਵੀ ਮੈਦਾ ਖਰਾਬ ਹੈ। ਜ਼ਿਆਦਾ ਠੰਡੀਆਂ ਚੀਜ਼ਾਂ ਇਸਤੇਮਾਲ ਕਰਾਂਗੇ ਫਿਰ ਵੀ ਖਰਾਬ ਹੈ। ਅगर खुशक भी खाओगे फिर भी खराब है। अगर उजलाती भी खाओगे फिर भी ज्यादा नॉर्मल इस्तेमाल करना चाहिए, रोजमर्रा के मुताबिक चलना चाहिए। मालिक ने मौसम ਦੇ मौसम के फल पैदा किए, यानी कि ਉਹਦੇ ਵਿੱਚ जीरा और काली मिर्च ये ग्राइंड करके रखें और सुबह नाश्ते में भी जो भी खाना खाएं, जो भी मतलब खा रहे हैं हम उसमें इस्तेमाल करें। और अगर हम गर्म चीज खाते हैं, मैदा तो एक स्टोर है, अगर हम गर्म चीज खाते हैं तो उसकी ताकत जो है जिगर को मिलेगी। और अगर खुशक चीज खाएंगे तो वो दिल को ताकत देगा। इसी तरह हम अगर कोई रतूबत वाली तरी वाली चीज खाते हैं तो वो दिमाग को ताकत मिलेगी। मैदा सिर्फ एक स्टोर है। ठंडी चीज खाओगे, चौथी चीज ਜਿਹੜੀ ठंडी चीज खाओगे ਉਹ ਤੁਹਾਡੀ ਤਿਲੀ ਨੂੰ ਕੰਮ ਕਰੇ। ਬਾਅਦ ਲੋਕਾਂ ਦਾ ਦੇਖੋ ਕਾਨੂੰਨ ਹਰ ਬੰਦਾ ਆਪਣੇ ਤਰੀਕੇ ਨਾਲ ਸਮਝਾਉਂਦਾ ਹੈ, ਹਰ ਆਪਣੇ ਤਰੀਕੇ, ਲੇਕਿਨ ਮਾਲਿਕ ਨੇ ਜੋ ਚੀਜ਼ ਬਣਾਈ ਉਹਦੇ ਤਸਵੀਰ 'ਚ ਫਰਕ ਨਹੀਂ ਹੈ, ਉਹਦੇ ਤਸਵੀਰ 'ਚ ਕੋਈ ਫਰਕ ਨਹੀਂ ਹੈ। ਉਹ ਚੀਜ਼ ਨੂੰ ਬੰਦੇ ਨੂੰ ਸਮਝਣਾ ਚਾਹੀਦਾ ਕਿ ਉਸ ਚੀਜ਼ 'ਚ ਫਰਕ ਨਹੀਂ ਹੈ, ਉਹਨੂੰ ਤੁਸੀਂ ਸਾਹਮਣੇ ਮੱਦੇਨਜ਼ਰ ਰੱਖ ਕੇ ਇਸਤੇਮਾਲ ਕਰੋ। ਅੱਛਾ, ਫਰੂਟ ਕੌਣ ਸੇ ਇਸਤੇਮਾਲ ਕਰਨੇ ਚਾਹੀਦੇ ਨੇ ਇਨਸਾਨ ਨੂੰ ਹੋਣ ਦੇ ਮੌਸਮ ਦੇ ਲਿਹਾਜ਼, ਸਰਦੀਆਂ ਵੀ ਹੋਣ, ਕੱਦੂ ਬੰਦੇ ਨੂੰ ਇਸਤੇਮਾਲ ਕਰਨਾ ਚਾਹੀਦਾ ਜੀ, ਟਿੰਡੇ ਇਸਤੇਮਾਲ ਕਰਨੇ ਚਾਹੀਦੇ। ਸਹੀ ਹੈ, ਇਹ ਗੁਜ਼ਾ ਬਹੁਤ ਆਲ ਹੈ, ਕੱਦੂ और ਟਿੰਡੇ ਇਹ ਹੁਣ ਮੌਸਮ ਦੇ ਲਿਹਾਜ਼ ਨਾਲ ਠੀਕ ਹੋ, ਇਹ ਬਹੁਤ। ਹਾਂ, ਕਰੇਲਾ ਅਗਲੇ ਮਹੀਨੇ ਇਸਤੇਮਾਲ ਹੋਣਾ ਚਾਹੀਦਾ ਸਰਦੀਆਂ ਵਿੱਚ। ਹਾਂ, ਥੋੜਾ ਮੌਸਮ ਤਬਦੀਲ ਹੋ ਜਾਏ, ਕਿਉਂ ਕਰੇਲਾ ਗਰਮ ਖੁਸ਼ਕ ਹੁੰਦਾ ਹੈ, ਕਸ਼ਰੀ ਉਜ਼ਲਾਤੀ ਹੁੰਦਾ ਹੈ। ਠੀਕ ਹੈ, ਨਾਲ ਸਾਦਾ ਪਾਣੀ ਇਸਤੇਮਾਲ ਕਰਨਾ, ਠੰਡਾ ਪਾਣੀ ਇਸਤੇਮਾਲ ਕਰਨਾ ਚਾਹੀਦਾ। ਇਹਦੇ ਇਲਾਵਾ ਨਾਸ਼ਤੇ ਵਿੱਚ ਅੰਡਾ, ਬ੍ਰੈਡ ਵਗੈਰਾ। ਹਾਂ, ਨਹੀਂ ਬ੍ਰੈਡ ਤੇ ਨਹੀਂ ਨਾ ਜੀ, ਬ੍ਰੈਡ 'ਚ ਕੋਈ ਤਾਕਤ ਨਹੀਂ। ਅੰਡਾ ਖਾਣਾ ਚਾਹੀਦਾ। ਅੰਡਾ ਅਗਰ ਖਾਓ ਦੇਸੀ ਖਾਓ ਮੌਸਮ ਦੇ ਲਿਹਾਜ਼ ਨਾਲ ਜੀ। ਫਲਾਂ ਦੇ ਵਿੱਚੋਂ ਤੁਹਾਡੇ ਵਾਸਤੇ ਅੰਗੂਰ ਬਿਹਤਰ ਹੈ ਜੀ, ਪਪੀਤਾ ਬਹੁਤ ਅੱਛਾ ਹੈ ਜੀ, ਪਪੀਤੇ ਦਾ ਇਸਤੇਮਾਲ ਕਰੋ, ਅੰਗੂਰ ਦਾ ਇਸਤੇਮਾਲ ਕਰੋ, ਖਜੂਰ ਬਿਹਤਰੀਨ ਹੈ ਹੋਰ ਮੌਸਮ ਦੇ ਲਿਹਾਜ਼ ਨਾਲ। ਫਲ ਦੂਸਰੇ ਵੀ ਠੀਕ ਨੇ, ਲੇਕਿਨ ਉਹ ਫਲ ਤੁਸੀਂ ਮੌਸਮ ਦੇ ਲਿਹਾਜ਼ ਨਾਲ ਇਸਤੇਮਾਲ ਕਰੋਗੇ, ਤਾਕਤ ਦੇ ਲਿਹਾਜ਼ ਨਾਲ ਨਹੀਂ। ਅਸੀਂ ਕਮਜ਼ੋਰੀ ਦੇ ਬਾਰੇ ਨਾਲ ਗੱਲ ਕਰ ਰਹੇ ਹਾਂ, ਕਮਜ਼ੋਰੀ ਨਹੀਂ। ਦੇਖੋ ਹੁਣ ਸ਼ਾਹ ਸਾਹਿਬ ਮੌਸਮ ਆ ਰਿਹਾ ਹੈ, ਤੁਸੀਂ ਕਾਜੂ ਇਸਤੇਮਾਲ ਕਰੋਗੇ, अखरोट इस्तेमाल करोगे, ठीक है, बादाम इस्तेमाल करोगे, ये बहुत पिस्ता इस्तेमाल करोगे, ये मगजियात तुसी इस्तेमाल करोगे ना, थोड़े दिमाग को असाब को ताकत दे, ये सब तो बेहतर है। ठीक है, सही, यानी कि दिमाग असाब कमजोर होंदे ने फिर ही इंसान च इस तो ਜਦੋਂ ਦੁਬਾਰਾ ਇਨਸ਼ਾਅੱਲਾ ਹੋਏਗੀ ਫਿਰ ਅਸੀਂ ਨੈਕਸਟ ਵੀਡੀਓ ਚ। ਹਾਂਜੀ, ਉਹਦੇ ਕਿਸ ਤਰ੍ਹਾਂ ਹੋਏਗੀ, ਜਿਹੜਾ 20 ਸਾਲ ਦਾ ਬੰਦਾ ਹੈ ਉਹਨੂੰ ਕਿਸ ਇਸਤੇਮਾਲ ਕਰਨਾ ਚਾਹੀਦਾ ਹੈ, ਉਹ ਜਿਹੜਾ ਵੀਕ ਹੋਇਆ ਹੈ, ਠੀਕ ਹੈ, अपनी जवानी तो पहले कमजोर हो गया है, अगर 40 साल तो बाद जिवें कमजोर होया है वो क्यों होया, ओदी भी वजाहत भी करांगे ते इंशाल्लाह ओदे नाल नुस्खा भी दसांगे। और 20 साल वाला जेड़ा उन्होंने भी नुस्खा इंशाल्लाह दसांगे कि ਇਹ ਚੀਜ਼ਾਂ ਦਾ ਇਸਤੇਮਾਲ ਕਰੇ तो इंशाल्लाह ਉਹਦਾ ਫਾਇਦਾ ਹੋਵੇ। ਦੂਸਰਾ ਨੈਟ ਤੇ ਜਿਹੜੀਆਂ ਜਿਸ ਤਰ੍ਹਾਂ ਹਕੀਮ ਸਾਹਿਬ ਨੇ ਦੱਸਿਆ ਕਿ ਨਾ ਮੁਨਾਸਿਬ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਪਰਹੇਜ਼ ਕੀਤਾ ਜਾਏ, ਜਿਹੜੀਆਂ ਫਾਇਦਾ ਪਹੁੰਚਾਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖਿਆ ਜਾਏ। ਤੇ ਆਪ ਦੋਸਤਾਂ ਨੂੰ कैसी वीडियो लगी ਇਹਦੇ ਬਾਰੇ कमेंट करके जरूर बताइएगा। तो फी अमानिल्लाह, अल्लाह हाफ़िज़। अस्सलाम वालेकुम एंड वेलकम टू माय चैनल हेल्थ विद गिलानी टीवी। नाज़रीन, मैं हूं हकीम सैयद इम्तियाज़ हुसैन गिलानी और मेरे साथ हैं हकीम गुलाम मुर्तज़ा अलवी। आज हम डिस्कस करेंगे कि ये इंसान जो कमज़ोर हो जाते हैं, ग़िज़ा भी खाते हैं लेकिन उसके साथ भी कमज़ोरी महसूस करते हैं, उसकी क्या वजह है
और कौन सी ऐसी मुज़र सेहत गज़ाएँ हैं जिनका इस्तेमाल हम करके अपनी सेहत को ख़राब कर रहे हैं, और कौन सी ऐसी गज़ाएँ हैं जिन्हें हम इस्तेमाल करना चाहिए, ये सब हम हकीम साहब से डिस्कस करेंगे। तो हकीम साहब, कौन सी ऐसी बातें हैं जिनकी वजह से कमज़ोरी दिन ब दिन बढ़ती है? बिस्मिल्लाहिर्रहमानिर्रहीम। हाँ इम्तियाज़ साहब, अल्लाह ताला ने एक कानून बनाया है। हाँ जी। वो कानून इस तरह है कि आम ही इंसान हाँ जी 40 साल तो बाद जी कुदरती अमल है कि 40 साल तो बाद बंदा बुढ़ापे की शक्ल च जाता है, जी, बूढ़ा होना शुरू हो जाता यानी कि कुदरती कुदरती। जी जी। ठीक है कि ਉਹਦੀ ਤਬਦੀਲੀ ਦੇ ਚਾਂਸ ਹੋ ਜਾਂਦੇ ਨੇ। हाँ जी ਪਹਿਲੇ ਉਹਦੀ ਤਰੀਕਾਕਾਰ ਉਹਦੇ ਜਿਸਮ ਦੀ सही ਕੰਡੀਸ਼ਨ ਜਿਹੜੀ ਹੈ ਉਹ ਜਿਹੜੀ ਉਹਦੀ ਤਬਦੀਲ ਹੋਣਾ ਸ਼ੁਰੂ ਹੋ ਜਾਂਦੀ ਹੈ। सही ਇਹ ਪਹਿਲੇ ਚੱਲਦਾ ਸੀ ਤਿੱਬ ਜੋ ਦੱਸ ਰਹੀ सही ਜੋ ਅੱਲਾ ਦੇ ਕਾਨੂੰਨ ਦੇ ਮੁਤਾਬਕ। जी जी ਲੇਕਿਨ ਅਸੀਂ ਸ਼ਾਹ ਜੀ ਅਸੀਂ ਸੋਚ ਚ ਪੈ ਗਏ ਹਾਂ ਤੇ ਅਸੀਂ ਮਸਲੇ ਮਸਾਇਲ ਚ ਪੈ ਗਏ ਹਾਂ ਕਿ ਹੁਣ ਬੱਚਾ ਅਗਰ 20 ਸਾਲ ਦਾ ਹੈ ਨਾ, ਹਾਂਜੀ। ਉਹ 20 ਸਾਲਾਂ ਬਾਅਦ ਆਪਣੇ ਨੂੰ ਵੀਕ ਸਮਝਦਾ ਹੁੰਦਾ ਹੈ। ਹਕੀਮ ਸਾਹਿਬ ਆਉਂਦਾ ਜਾਂਦਾ, ਹਕੀਮ ਸਾਹਿਬ ਇੱਥੇ ਦਰਦ ਹੁੰਦੀ ਹੈ, ਹਕੀਮ ਸਾਹਿਬ ਮੇਰੇ ਕਮਰ 'ਚ ਦਰਦ ਹੈ, ਹਕੀਮ ਸਾਹਿਬ ਮੇਰੇ गोड्या च दर्द है। देखो उन्होंने जवान हुए नु। हाँ जी, इसीलिए हमारा हाँ आज जी। वीडियो का टॉपिक भी ये है कि ये जो 20 साल में कमजोरी महसूस करना हाँ है, जी। जो कि हकीकत में होनी नहीं चाहिए। होनी नहीं चाहिए। तो- ਉਹਦੀ ਵਜ੍ਹਾ ਹੈ ਕਿ ਅਸੀਂ ਜ਼ਰੂਰਤ ਤੋਂ ਪਹਿਲੇ हाँ जी ਕਿ ਕਿਸੇ ਇਨਸਾਨ ਨੂੰ ਕੋਈ ਜ਼ਰੂਰਤ ਹੈ, हाँ ਇਹ जी ਜਿਹੜਾ ਅਸੀਂ ਨੈਟ ਯੂਜ਼ ਕਰ ਰਹੇ ਹਾਂ, हाँ जी ਇਹ ਬੱਚਾ ਜਵਾਨ ਹੋਣ ਤੋਂ ਪਹਿਲੇ हाँ ਕਿ जी ਜਦੋਂ ਨੈਟ ਵੇਂਦਾ ਨਾ हाँ जी तो ਉਹ ਆਪਣੇ ਜਵਾਨ ਹੋਣ ਤੋਂ ਪਹਿਲੇ ਜਵਾਨ ਹੋ ਜਾਂਦਾ ਹੈ। ਔਰ ਪਹਿਲੇ ਤੇ ਸਾਨੂੰ ਇਹ ਚਾਹੀਦਾ ਕਿ ਆਪਣੇ ਬੱਚਿਆਂ ਦੇ ਬਾਰੇ हाँ जी ਵੇਖੋ ਸ਼ਰਈ ਮਸਲਾ ਹੈ ਕਿ ਆਪਣੀ ਔਲਾਦ ਨੂੰ ਖੁਦ ਤਜਰਬਾ ਆਪਣਾ ਦੱਸੋ। ਜੀ। ਸ਼ਰ੍ਹਾ ਵਿੱਚ ਹੀ ਸ਼ਰਮ ਆਂਦੇ ਨੇ, ਆਮ ਗੱਲ ਹੈ ਕਿ ਸ਼ਰ੍ਹਾ ਹੀ ਸ਼ਰਮ ਸ਼ਰਮ ਨਹੀਂ ਹੁੰਦੀ। ਹਾਂ। ਅਸੀਂ ਉਹਨੂੰ ਹੀ ਲੈ ਕੇ ਬੈਠੇ ਹਾਂ ਕਿ ਜਨਾਬ ਅਸੀਂ ਬੱਚਿਆਂ ਨੂੰ ਕੋਈ ਗੱਲਬਾਤ ਨਹੀਂ ਦੱਸ ਰਹੇ, ਇਹ ਮਾਵਾਂ ਜਿਹੜੀਆਂ ਨੇ ਆਪਣੀਆਂ ਬੱਚਿਆਂ ਨੂੰ ਨਹੀਂ ਦੱਸਦੀਆਂ। ਉਹਦੀ ਵਜ੍ਹਾ ਇਹ ਆਂਦੀ ਕਿ ਅਸੀਂ ਜੋ ਕੈਮੀਕਲ ਗੁਜ਼ਾਏ ਖਾ ਰਹੇ ਹਾਂ ਬਾਹਰੋਂ, हाँ जी ਬਾਜ਼ਾਰੋਂ ਨਾਸ਼ਤਾ ਕਰ ਰਹੇ ਹਾਂ, ਬਾਜ਼ਾਰੋਂ ਸਭ ਕੁਝ ਚੀਜ਼ਾਂ ਇਸਤੇਮਾਲ ਕਰ ਰਹੇ ਹਾਂ, ਉਹ ਸਾਡੇ ਵਾਸਤੇ ਜਿਹੜਾ ਸਬਬ ਪਿਆ ਬਣਦਾ ਨਾ ਉਹ ਕਮਜ਼ੋਰੀ ਦਾ ਬਣਦਾ। पहले तो नेट पे बुरी चीजें देखना हाँ और जी। अवेयरनेस ना होने की जी, वजह जी। से, और बाद में ये गजाएं इस्तेमाल हाँ करना, प्रोसेस फूड जो मार्केट से मिलते हाँ हैं जी। वो इस्तेमाल करना, ये इसकी वजह इसकी वजह है। है। इसके अलावा भी कैसे इनसे बचा जाए? हाँ जी, वजह है कि बंदे ਨੂੰ ਸੋਚਣਾ ਚਾਹੀਦਾ ਕਿ ਖੁਰਾਕ ਖਾ ਰਿਹਾ। ਵੇਖੋ ਪਹਿਲੇ ਖੁਰਾਕ ਜਿਹੜੀ ਸੀ, हाँ जी। ਪਹਿਲੇ ਖੁਰਾਕ ਸੀ ਮਾਂ ਲੱਸੀ ਅਸੀਂ ਸਵੇਰ ਪੀਨੇ ਸਾਂ। ਆਮ ਇਬਤਦਾ ਸੀ ਅੱਲਾਹ ਤੇ ਅੱਲਾਹ ਦੇ ਰਸੂਲ ਤੋਂ ਨਮਾਜ਼ ਪੜਨ ਤੋਂ ਬਾਅਦ हाँ। ਅਗਰ ਅਸੀਂ ਕੀ ਕਰਨੇ ਆ ਕਿ ਅਸੀਂ ਨਾਸ਼ਤਾ ਕਰਨੇ ਆ, ਮਖਾਣਾ ਖਾਣੇ ਆ ਸਵੇਰ। जी जी ਅੱਗੇ ਪਹਿਲੇ ਕੀ ਸੀ ਕਿ ਬਰਫ਼ ਨਹੀਂ ਸੀ। जी ਅਸੀਂ ਅਗਰ ਲੱਸੀ ਪੀਨੇ ਸਾਂ ਜਾਂ ਪਾਣੀ ਪੀਨੇ ਸਾਂ, ਉਹਦੇ ਵਿੱਚ ਬਰਫ਼ ਨਹੀਂ ਸੀ ਹੁੰਦੀ, जी जी ਤਾਜ਼ਾ ਪਾਣੀ ਹੁੰਦਾ ਸੀ। यानी कि वो चाटी की लस्सी ਚਾਟੀ होती थी, ਚਾਟੀ ऐसे ਹਾਂਜੀ नमक डाल के हाँ जी, पी लेना। ਚਾਟੀ ਦੀ ਲੱਸੀ ਹੁੰਦੀ ਸੀ, ਉਹ ਅਸੀਂ ਇਸਤੇਮਾਲ ਕਰਨੇ ਸਾਂ। ਅਗਰ ਚਾਰ ਵੀ ਨਾਲ ਇਸਤੇਮਾਲ ਕਰਨੇ ਸਾਂ, सही ਨਹੀਂ ਸੀ ਕੋਈ ਤਾਜ਼ੀ ਖਾਣਾ ਬਣਿਆ ਹੁੰਦਾ ਤੇ ਚਾਰ ਖਾ ਲੈਨੇ ਸਾਂ। ਉਹ ਚਾਰ ਵੀ ਫਾਇਦਾ ਦਿੰਦਾ ਸੀ। ਹੁਣ ਉਹ ਚਾਰ ਵੀ ਨੁਕਸਾਨ ਦਿੰਦਾ। ਕਿਉਂ? ਪਾਣੀ ਜਦੋਂ ਪੀਨੇ ਉਹ ਠੰਡਾ ਹੁੰਦਾ ਹੈ। हाँ जी ਪਾਣੀ ਪੀਨੇ ਠੰਡਾ ਹੁੰਦਾ। ਗੁਜ਼ਾ ਪਹਿਲੇ ਹਾਂ ਇੱਕ ਤਰੀਕਾ ਕਰ ਬਹੁਤ ਗਲਤ ਹੈ, हाँ जी ਉਹ ਮੈਂ ਇਨਸ਼ਾਅੱਲਾ ਸਭ ਨੂੰ ਦੱਸਣਾ ਚਾਹਨਾ जी जी ਕਿ ਉਹਦੀ ਵਜ਼ਾਹਤ ਇਹ ਵੇ ਕਿ ਅਸੀਂ ਖਾਣਾ ਬਹੁਤ ਗਰਮ ਖਾਂਦੇ ਹਾਂ, जी ਪਾਣੀ ਅਸੀਂ ਬਹੁਤ ਠੰਡਾ ਪੀਨੇ ਹਾਂ। हाँ जी ਪਹਿਲੀ दोनों- ਤੇ ਗੱਲ ਇਹ ਵੇ ਕਿ ਜਦੋਂ ਅਸੀਂ ਖਾਣਾ ਬੜਾ ਗਰਮ ਖਾਂਦੇ ਨਾ ਤੇ ਪਾਣੀ ਨਾਰਮਲ ਪੀਣਾ ਚਾਹੀਦਾ, ਨਾ ਠੰਡਾ ਨਹੀਂ ਪੀਣਾ ਚਾਹੀਦਾ। ठीक है, यानी कि पहले- पहले खाने नाल हाँ जी। नॉर्मल पानी इस्तेमाल हाँ। करना चाहिए। ਔਰ ਦੂਸਰੀ ਇਹ ਵੇ ਕਿ ਵੇਖੋ ਜਿਹੜਾ 20 ਸਾਲ ਤੱਕ ਬੰਦਾ ਬੁਢਾਪੇ ਕਮਜ਼ੋਰ ਹੋ ਰਿਹਾ, ਬੁਢਾਪਾ ਕੀ ਕਮਜ਼ੋਰ ਹੋ ਰਿਹਾ, हाँ ਉਹ जी ਆਂਦਾ ਕਿ ਮੈਂ ਹਕੀਮ ਸਾਹਿਬ ਜਾਂ ਆਮ ਆ ਕੇ ਕਹਿੰਦਾ ਕਿ ਡਾਕਟਰ ਹਜ਼ਰਾਤ ਨੂੰ ਵੀ ਕਹਿੰਦਾ, ਡਾਕਟਰ ਹਜ਼ਰਾਤ ਇਸ ਚੀਜ਼ ਤੇ ਤੋਂ ਕੈਲਸ਼ੀਅਮ ਦੀ ਕਮੀ ਕਹਿ ਦਿੰਦੇ, ਫਲਾਨੀ ਗੱਲ ਕਹਿ ਦਿੰਦੇ, ਕੈਲਸ਼ੀਅਮ ਦੀ ਕਮੀ ਹਰ ਬੰਦੇ ਨੂੰ ਕਹਿ ਦਿੰਦੇ ਨੇ, ਫਲਾਣਾ ਮਸਲਾ ਜਿਹਨੂੰ ਹੋ ਗਿਆ, ਨਵੀਂ ਤੋਂ ਨਵੀਂ ਬਿਮਾਰੀ ਹੈ। ਲੇਕਿਨ ਕੀ ਵਜ੍ਹਾ ਹੈ ਕਿ ਕੋਈ ਤੁਹਾਡੇ ਕੋਲ ਮਰੀਜ਼ ਆਂਦਾ ਉਹਨੂੰ ਪਰੇਸ਼ਾਨ ਨਾ ਕਰੋ, जी ਉਹ ਤੁਹਾਡੇ ਕੋਲ ਪਰੇਸ਼ਾਨੀ ਲੈ ਕੇ ਆਂਦਾ। यानी कि उसकी गज़ा ही ठीक की जाए, ਉਹਦੀ ਗੁਜ਼ਾਰ ਠੀਕ ਕੀਤੀ ਜੇ। ਹਾਂ, अपनी सेहत ਗੁਜ਼ਾਰ ਦੇ को ਨਾਲ भी अमल ਗੁਜ਼ਾਰ करना। ਦੇ ਨਾਲ ਇਹ ਸ਼ਾਹ ਸਾਹਿਬ ਗੁਜ਼ਾਰ ਨਾਲ हाँ जी ਦਵਾਈ ਹੋਣਾ ਵੀ ਲਾਜ਼ਮੀ ਹੈ। ठीक ਇਹ है ਗੁਜ਼ਾਰ ਜਿਹੜੀ ਗੁਜ਼ਾਰ ਕਿਉਂ, ਗੁਜ਼ਾਰ ਦਾ ਮਕਸਦ ਕੀ ਹੈ? ਪਹਿਲੇ ਜ਼ਰਾ ਤੁਹਾਨੂੰ ਡਿਟੇਲ ਦੇ ਲਈਏ ਕਿ ਗੁਜ਼ਾਰ ਕੀ। ਗੁਜ਼ਾਰ ਇਹ ਵੇ ਕਿ ਜੋ ਤੁਸੀਂ ਖਾ ਰਹੇ ਹੋ ਉਹਦੇ ਵਿੱਚ ਹੀ ਸ਼ਫਾ ਹੋਏ, ਉਹ ਵੇ ਗੁਜ਼ਾਰ। ठीक है, ਮਤਲਬ ਜੋ ਤੁਸੀਂ ਨਾਸ਼ਤਾ ਕਰ ਰਹੇ यानी कि ਉਹਦੇ ਚ ਬਿਮਾਰੀ ਨਾ ਹੋਵੇ, ਹੋ, ਬਿਮਾਰੀ ਨਾ ਹੋਵੇ। ਸ਼ਫਾ ਹੁਣ ਗੱਲ ਬਾਅਦ ਲੋਕ ਕੀ ਨੇ ਸਾਰੀਆਂ ਚੀਜ਼ਾਂ ਰੋਕ ਦਿੱਤੀਆਂ ਨੇ, ਉਹ ਯਾਰ ਉਹ ਗੱਲ ਨਹੀਂ ਹੈ ਸ਼ਾਹ ਸਾਹਿਬ, ਉਹ ਗੱਲ ਨਹੀਂ ਹੈ। ठीक है ਉਹ ਰੋਕਣੀ ਗੱਲ ਹੈ। ਅਸੀਂ ਇੱਕ ਚੀਜ਼ ਗਰਮ ਖਾ ਰਹੇ ਹਾਂ, ਮੈਂ ਇੱਕ ਬੰਦੇ ਦਾ ਅਸੀਂ ਇਲਾਜ ਕਰਨੇ ਆ, हाँ जी ਉਹਨੂੰ ਅਸੀਂ ਸ਼ਹਿਦ ਪਿਆਨੇ ਆ, ਉਹ ਜਾ ਕੇ ਬਰਫ ਵਾਲਾ ਪਾਣੀ ਵੀ ਪੀ ਲੇ, ਉਹ ਜਾ ਕੇ ਬੋਤਲਾਂ ਪੀ ਲੇ, ਤੇ ਸ਼ਹਿਦ ਦਾ ਫਾਇਦਾ ਨਹੀਂ ਹੋਏਗਾ। फिर फायदा नहीं होगा। ਫਾਇਦਾ ਲੈਣਾ ਨਾ ਅਸਾਂ जी जी ਅਸਾਂ ਫਾਇਦਾ ਲੈਣ ਵਾਸਤੇ ਇੱਕ ਹਕੀਮ ਹਜ਼ਰਾਤ ਇਸ ਵਜ੍ਹਾ ਤੋਂ ਹੀ ਆਮ ਮਰੀਜ਼ ਨੂੰ ਇਹ ਗੱਲ ਦੱਸਣ ਕਿ ਇਹ ਚੀਜ਼ਾਂ ਦਾ ਇਸਤੇਮਾਲ ਕਰੋ। ਉਹਦਾ ਕਰਨ ਦਾ ਮਕਸਦ ਜੋ ਤੁਸੀਂ ਦੁਆ ਖਾਓਗੇ ਉਹਦਾ ਹੀ ਫਾਇਦਾ ਹੋਵੇ, ਜੋ ਤੁਸੀਂ ਗੁਜ਼ਾ ਖਾਓ ਉਹਦਾ ਹੀ ਅੱਛਾ ਫਾਇਦਾ ਹਕੀਮ ਹੋਵੇ। ਸਾਹਿਬ, ਨਾਸ਼ਤੇ ਵਿੱਚ ਕੀ ਖਾਣਾ ਚਾਹੀਦਾ ਹੈ, ਹਾਂ। ਦੁਪਹਿਰ ਦੇ ਖਾਣੇ 'ਚ ਕੀ ਹੋਣਾ ਚਾਹੀਦਾ ਹੈ, ਇਸ ਤਰ੍ਹਾਂ ਰਾਤ ਨੂੰ ਕੀ ਖਾਣਾ ਯਾਨੀ ਕਿ ਚਾਹੀਦਾ ਹੈ,
ਕਿਹੜੀਆਂ ਗਦਾਵਾਂ ਇਸਤੇਮਾਲ ਵਜ੍ਹਾ ਇਹ ਵੇ ਕਿ ਫਲ ਦਾ ਵੀ ਇਸਤੇਮਾਲ ਲਾਜ਼ਮੀ ਹੋਣਾ ਚਾਹੀਦਾ ਹੈ। ਜੀ। ਅਗਰ ਤੁਸੀਂ ਸਾਰੇ ਲੋਕ ਹੀ ਹੁਣ ਡਾਲਟੇ ਘਿਓ ਖਾ ਰਹੇ ਨੇ, ਕੈਮੀਕਲ ਹੀ ਖਾ ਰਹੇ ਨੇ, ਜੀ ਉਹ ਕੋਸ਼ਿਸ਼ ਇਹ ਕਰੋ ਕਿ ਜਨਾਬ ਉਹਦੇ ਉੱਤੋਂ ਤਰੀ ਲਾ ਕੇ ਖਾਧਾ ਜਾਏ। ਫਿਰ ਜ਼ੀਰਾ ਤੇ ਕਾਲੀ ਮਿਰਚ ਉਹਨੂੰ ਗ੍ਰਾਈਂਡ ਕਰ ਲਓ, ਜ਼ੀਰਾ ਤੇ ਕਾਲੀ ਮਿਰਚ ਉਹਨੂੰ ਗ੍ਰਾਈਂਡ ਕਰਕੇ ਜਦੋਂ ਤੁਸੀਂ ਖਾਣਾ ਹੈ ਉਹਦੇ ਉੱਤੇ ਤੁਸੀਂ ਜਿਹੜਾ ਨਾ ਸਾਲਨ ਦੇ ਉੱਤੇ ਠੀਕ ਹੈ ਉਹ ਤੁਸੀਂ ਪਾ ਕੇ ਖਾ ਸਕਦੇ। ਜ਼ੀਰਾ ਔਰ ਕਾਲੀ ਮਿਰਚ ਨੂੰ ਬਰੀਕ ਕਰ ਲਓ, ਠੀਕ ਹੈ। ਇਹ ਕੀ ਵਜ੍ਹਾ ਕਿ ਜਿਸਮ ਦੇ ਵਿੱਚ ਬਾਦੀ ਖਤਮ ਕਰੇਗਾ, ਜਿਸਮ ਦੇ ਵਿੱਚ ਵੀਕਨੈਸ ਜਿਹੜੀ ਬਣਦੀ ਹੈ, ਜਿਗਰ ਸੁਸਤ ਹੁੰਦਾ ਹੈ ਜਿਹੜਾ, ਠੀਕ ਹੈ। ਮੈਦਾ ਜਿਹੜਾ ਉਹ ਗੁਜ਼ਾ ਨੂੰ ਸਹੀ ਨਹੀਂ, ਗੁਜ਼ਾ ਮੈਦਾ ਕੀ ਇੱਕ ਮਰਕਜ਼ ਹੈ। ਜੀ ਮੈਦੇ 'ਚ ਕੋਈ ਬਿਮਾਰੀ ਨਹੀਂ ਜੀ, ਲੇਕਿਨ ਹਰ ਬਿਮਾਰੀ ਵੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਉਹਦੀ ਵਜ੍ਹਾ ਮੈਦੇ 'ਚ ਹਰ ਚੀਜ਼ ਸਟੋਰ ਹੋਣੀ, ਮੈਦਾ ਸਟੋਰ ਦੀ ਜਗ੍ਹਾ ਤੇ ਕੰਮ ਕਰਦਾ। ਅਗਰ ਤੁਸੀਂ ਗਰਮ ਖਾਂਦੇ ਹੋ ਤੇ ਉਹ ਗਰਮ ਖਾਂਦੇ ਹੋ ਤੇ ਜਿਹੜਾ ਤੁਹਾਡੇ ਜਾ ਕੇ ਜਿਸਮ ਦੇ ਵਿੱਚ ਜਿੱਥੇ ਗਰਮੀ ਪੈਦਾ ਹੁੰਦੀ ਹੈ ਉਹ ਤੇ ਜਾ ਕੇ ਉੱਥੇ ਕੰਮ ਕਰੇਗਾ ਤੇ ਸਾਰੀ ਖੁਰਾਕ ਤੇ ਮੈਦੇ ਜਾਂਦੀ ਹੈ। ਜੀ ਮੈਂ ਸਾਰੇ ਇਹ ਗੱਲ ਦੱਸਣਾ ਚਾਹੁੰਦਾ। ਬਾਅਦ ਲੋਕ ਕਹਿੰਦੇ ਨੇ ਇਹਦਾ ਮੈਦਾ ਖਰਾਬ ਹੈ। ਮੈਦਾ ਕੀ ਸਟੋਰ ਦੀ ਸਫਾਈ ਹੋਣੀ ਚਾਹੀਦੀ ਹੈ। ਖਰਾਬ ਜਦੋਂ ਇਹ ਹੋਏਗਾ ਫਿਰ ਨਾ ਇਹ ਸਰਦ ਨੂੰ ਬਰਦਾਸ਼ਤ ਕਰੇਗਾ, ਨਾ ਇਹ ਗਰਮ ਨੂੰ ਕਰੇਗਾ, ਨਾ ਇਹ ਤਰੀ ਨੂੰ ਕਰੇਗਾ, ਨਾ ਇਹ ਖੁਸ਼ਕੀ ਨੂੰ ਕਰੇਗਾ, ਨਾ ਇਹ ਕਸ਼ਰੀ ਨੂੰ ਬਰਦਾਸ਼ਤ ਕਰੇਗਾ, ਨਾ ਇਹ ਮਖਾਤੀ ਨੂੰ ਬਰਦਾਸ਼ਤ ਕਰੇਗਾ, ਨਾ ਇਹ ਉਜ਼ਲਾਤੀ ਨੂੰ ਬਰਦਾਸ਼ਤ ਕਰੇਗਾ, ਨਾ ਇਹ ਸਾਬੀ ਨੂੰ ਬਰਦਾਸ਼ਤ ਕਰੇਗਾ। ਸਾਬਤ ਹੋ ਗਿਆ ਕਿ ਪਹਿਲੇ ਮੈਦੇ ਦੀ ਸਲਾਹ ਇਸ ਤਰ੍ਹਾਂ ਹੋਣੀ ਚਾਹੀਦੀ, ਜੋ ਖਾਓ ਨਾਰਮਲ ਖਾਓ। ਹਾਂਜੀ, ਯਾਨੀ ਕਿ ਗਰਮ ਚੀਜ਼ ਅਸੀਂ ਖਾਵਾਂਗੇ ਉਹ ਜਿਗਰ ਨੂੰ ਤਾਕਤ, ਜ਼ਿਆਦਾ ਗਰਮ ਖਾਵਾਂਗੇ ਫਿਰ ਵੀ ਮੈਦਾ ਖਰਾਬ ਹੈ। ਜ਼ਿਆਦਾ ਠੰਡੀਆਂ ਚੀਜ਼ਾਂ ਇਸਤੇਮਾਲ ਕਰਾਂਗੇ ਫਿਰ ਵੀ ਖਰਾਬ ਹੈ। ਅਗਰ ਖੁਸ਼ਕ ਵੀ ਖਾਵਾਂਗੇ ਫਿਰ ਵੀ ਖਰਾਬ ਹੈ। अगर उजलाती भी खाएंगे फिर भी ज्यादा नॉर्मल इस्तेमाल करना चाहिए, रोजमर्रा के मुताबिक चलना चाहिए। मालिक ने मौसम ਦੇ फल पैदा किए, यानी कि ਉਹਦੇ ਵਿੱਚ जीरा और काली मिर्च ये ग्राइंड करके रखें और सुबह नाश्ते में भी जो भी खाना खाएं, जो भी मतलब खा रहे हैं हम उसमें इस्तेमाल करें। और अगर हम गर्म चीज खाते हैं, मैदा तो एक स्टोर है, अगर हम गर्म चीज खाते हैं तो उसकी ताकत जो है जिगर को मिलेगी। और अगर खुशक चीज खाएंगे तो वो दिल को ताकत देगा। इसी तरह हम अगर कोई रतूबत वाली तरी वाली चीज खाते हैं तो वो दिमाग को ताकत मिलेगी। मैदा सिर्फ एक स्टोर है। ठंडी चीज खाओगे, चौथी चीज ਜਿਹੜੀ ਠੰਡੀ ਚੀਜ਼ ਖਾਓਗੇ ਉਹ ਤੁਹਾਡੀ ਤਿਲੀ ਨੂੰ ਕੰਮ ਕਰੇਗੀ। ਬਾਅਦ ਲੋਕਾਂ ਦਾ ਵੇਖੋ ਕਾਨੂੰਨ ਹਰ ਬੰਦਾ ਆਪਣੇ ਤਰੀਕੇ ਨਾਲ ਸਮਝਾਉਂਦਾ ਹੈ, ਹਰ ਆਪਣੇ ਤਰੀਕੇ, ਲੇਕਿਨ ਮਾਲਿਕ ਨੇ ਜੋ ਚੀਜ਼ ਬਣਾਈ ਉਹਦੇ ਤਸਵੀਰ 'ਚ ਫਰਕ ਨਹੀਂ ਹੈ, ਉਹਦੇ ਤਸਵੀਰ 'ਚ ਕੋਈ ਫਰਕ ਨਹੀਂ ਹੈ। ਉਹ ਚੀਜ਼ ਨੂੰ ਬੰਦੇ ਨੂੰ ਸਮਝਣਾ ਚਾਹੀਦਾ ਕਿ ਉਸ ਚੀਜ਼ 'ਚ ਫਰਕ ਨਹੀਂ ਹੈ। ਉਹਨੂੰ ਤੁਸੀਂ ਸਾਹਮਣੇ ਮੱਦੇ ਨਜ਼ਰ ਰੱਖ ਕੇ ਇਸਤੇਮਾਲ ਕਰੋ। ਅੱਛਾ, ਫਰੂਟ ਕੌਣ ਸੇ ਇਸਤੇਮਾਲ ਕਰਨੇ ਚਾਹੀਦੇ ਨੇ ਇਨਸਾਨ ਨੂੰ ਹੋਣ ਦੇ ਮੌਸਮ ਦੇ ਲਿਹਾਜ਼, ਸਰਦੀਆਂ ਵੀ ਹੋਣ, ਕੱਦੂ ਬੰਦੇ ਨੂੰ ਇਸਤੇਮਾਲ ਕਰਨਾ ਚਾਹੀਦਾ ਜੀ, ਟਿੰਡੇ ਇਸਤੇਮਾਲ ਕਰਨੇ ਚਾਹੀਦੇ। ਸਹੀ ਹੈ, ਇਹ ਗੁਜ਼ਾ ਬਹੁਤ ਆਲ ਹੈ, ਕੱਦੂ ਔਰ ਟਿੰਡੇ ਇਹ ਹੁਣ ਮੌਸਮ ਦੇ ਲਿਹਾਜ਼ ਨਾਲ ਠੀਕ ਹੋ, ਇਹ ਬਹੁਤ। ਹਾਂ, ਕਰੇਲਾ ਅਗਲੇ ਮਹੀਨੇ ਇਸਤੇਮਾਲ ਹੋਣਾ ਚਾਹੀਦਾ ਸਰਦੀਆਂ ਵਿੱਚ। ਹਾਂ, ਥੋੜਾ ਮੌਸਮ ਤਬਦੀਲ ਹੋ ਜਾਏ ਕਿਉਂਕਿ ਕਰੇਲਾ ਗਰਮ ਖੁਸ਼ਕ ਹੁੰਦਾ ਹੈ, ਕਸ਼ਰੀ ਉਜ਼ਲਾਤੀ ਹੁੰਦਾ ਹੈ। ਠੀਕ ਹੈ, ਨਾਲ ਸਾਦਾ ਪਾਣੀ ਇਸਤੇਮਾਲ ਕਰਨਾ, ਠੰਡਾ ਪਾਣੀ ਇਸਤੇਮਾਲ ਕਰਨਾ ਚਾਹੀਦਾ। ਇਹਦੇ ਇਲਾਵਾ ਨਾਸ਼ਤੇ ਵਿੱਚ ਅੰਡਾ, ਬ੍ਰੈਡ ਵਗੈਰਾ। ਹਾਂ, ਨਹੀਂ ਬ੍ਰੈਡ ਤੇ ਨਹੀਂ ਨਾ ਜੀ, ਬ੍ਰੈਡ 'ਚ ਕੋਈ ਤਾਕਤ ਨਹੀਂ। ਅੰਡਾ ਖਾਣਾ ਚਾਹੀਦਾ। ਅੰਡਾ ਅਗਰ ਖਾਓ ਦੇਸੀ ਖਾਓ ਮੌਸਮ ਦੇ ਲਿਹਾਜ਼ ਨਾਲ। ਜੀ ਫਲਾਂ ਦੇ ਵਿੱਚੋਂ ਤੁਹਾਡੇ ਵਾਸਤੇ ਅੰਗੂਰ ਬਿਹਤਰ ਹੈ ਜੀ, ਪਪੀਤਾ ਬਹੁਤ ਅੱਛਾ ਹੈ ਜੀ, ਪਪੀਤੇ ਦਾ ਇਸਤੇਮਾਲ ਕਰੋ, ਅੰਗੂਰ ਦਾ ਇਸਤੇਮਾਲ ਕਰੋ, ਖਜੂਰ ਬਿਹਤਰੀਨ ਹੈ ਹੁਣ ਮੌਸਮ ਦੇ ਲਿਹਾਜ਼ ਨਾਲ। ਫਲ ਦੂਸਰੇ ਵੀ ਠੀਕ ਨੇ, ਲੇਕਿਨ ਉਹ ਫਲ ਤੁਸੀਂ ਮੌਸਮ ਦੇ ਲਿਹਾਜ਼ ਨਾਲ ਇਸਤੇਮਾਲ ਕਰੋਗੇ, ਤਾਕਤ ਦੇ ਲਿਹਾਜ਼ ਨਾਲ ਨਹੀਂ। ਅਸੀਂ ਕਮਜ਼ੋਰੀ ਦੇ ਬਾਰੇ ਨਾਲ ਗੱਲ ਕਰ ਰਹੇ ਹਾਂ, ਕਮਜ਼ੋਰੀ ਨਹੀਂ। ਦੇਖੋ ਹੁਣ ਸ਼ਾਹ ਸਾਹਿਬ ਮੌਸਮ ਆ ਰਿਹਾ ਹੈ, ਤੁਸੀਂ ਕਾਜੂ ਇਸਤੇਮਾਲ ਕਰੋਗੇ, ਅਖਰੋਟ ਇਸਤੇਮਾਲ ਕਰੋਗੇ, ਠੀਕ ਹੈ, ਬਦਾਮ ਇਸਤੇਮਾਲ ਕਰੋਗੇ, ਇਹ ਬਹੁਤ, ਪਿਸਤਾ ਇਸਤੇਮਾਲ ਕਰੋਗੇ, ਇਹ ਮਗਜ਼ੀਆਤ ਤੁਸੀਂ ਇਸਤੇਮਾਲ ਕਰੋਗੇ ਨਾ, ਤੁਹਾਡੇ ਦਿਮਾਗ ਨੂੰ, ਅਸਾਬ ਨੂੰ ਤਾਕਤ ਦੇ, ਇਹ ਸਭ ਤੋਂ ਬਿਹਤਰ ਹੈ। ਠੀਕ ਹੈ, ਸਹੀ। ਯਾਨੀ ਕਿ ਦਿਮਾਗ, ਅਸਾਬ ਕਮਜ਼ੋਰ ਹੁੰਦੇ ਨੇ ਫਿਰ ਹੀ ਇਨਸਾਨ ਇਸ ਤੋਂ ਜਦੋਂ ਦੁਬਾਰਾ ਇਨਸ਼ਾਅੱਲਾ ਹੋਏਗੀ ਫਿਰ ਅਸੀਂ ਨੈਕਸਟ ਵੀਡੀਓ ਚ ਹਾਂਜੀ ਉਹਦੇ ਕਿਸ ਤਰ੍ਹਾਂ ਹੋਏਗੀ। ਜਿਹੜਾ 20 ਸਾਲ ਦਾ ਬੰਦਾ ਹੈ ਉਹਨੂੰ ਕਿਸ ਇਸਤੇਮਾਲ ਕਰਨਾ ਚਾਹੀਦਾ ਹੈ, ਉਹ ਜਿਹੜਾ ਵੀਕ ਹੋਇਆ ਹੈ, ਠੀਕ ਹੈ, ਆਪਣੀ ਤੱਕ ਜਵਾਨੀ ਤੋਂ ਪਹਿਲੇ ਕਮਜ਼ੋਰ ਹੋ ਗਿਆ, ਅਗਰ 40 ਸਾਲ ਤੋਂ ਬਾਅਦ ਜਿਵੇਂ ਕਮਜ਼ੋਰ ਹੋਇਆ ਉਹ ਕਿਉਂ ਹੋਇਆ, ਉਹਦੀ ਵੀ ਵਜ਼ਾਹਤ ਵੀ ਕਰਾਂਗੇ ਤੇ ਇਨਸ਼ਾਅੱਲਾ ਉਹਦੇ ਨਾਲ ਨੁਸਖਾ ਵੀ ਦੱਸਾਂਗੇ। ਔਰ 20 ਸਾਲ ਵਾਲਾ ਜਿਹੜਾ ਉਹਨੂੰ ਵੀ ਨੁਸਖਾ ਇਨਸ਼ਾਅੱਲਾ ਦੱਸਾਂਗੇ ਕਿ ਇਹ ਚੀਜ਼ਾਂ ਦਾ ਇਸਤੇਮਾਲ ਕਰੇ ਤਾਂ ਇਨਸ਼ਾਅੱਲਾ ਉਹਦਾ ਫਾਇਦਾ ਹੋਵੇਗਾ। ਨੈਟ ਤੇ ਜਿਹੜੀਆਂ, ਜਿਸ ਤਰ੍ਹਾਂ ਹਕੀਮ ਸਾਹਿਬ ਨੇ ਦੱਸਿਆ ਕਿ ਨਾ ਮੁਨਾਸਬ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਪਰਹੇਜ਼ ਕੀਤਾ ਜਾਏ, ਜਿਹੜੀਆਂ ਫਾਇਦਾ ਪਹੁੰਚਾਉਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਦੇਖਿਆ ਜਾਏ। ਤੇ ਆਪ ਦੋਸਤਾਂ ਨੂੰ ਕੈਸੀ ਵੀਡੀਓ ਲੱਗੀ ਇਹਦੇ ਬਾਰੇ ਕਮੈਂਟ ਕਰਕੇ ਜ਼ਰੂਰ ਬਤਾਈਏਗਾ। ਤੇ